ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਬਨਾਰਸ ਤੋਂ ਚੱਲ ਕੇ ਗੁਰੂ ਜੀ ਅਨੇਕ ਪ੍ਰਾਣੀਆਂ ਨੂੰ ਸਮਾਰਗ ਪਾਉਂਦੇ ਹੋਏ ਤੁਰੇ ਜਾ ਰਹੇ ਸੀ ਕਿ ਮਰਦਾਨੇ ਨੇ ਕਿਹਾ, ਗੁਰੂ ਜੀ ਮੈਨੂੰ ਬਹੁਤ ਭੁੱਖ ਲੱਗੀ ਏ। ਗੁਰੂ ਜੀ ਨੇ ਕਿਹਾ, ਮਰਦਾਨਿਆਂ ਤਿੰਨਾਂ ਕੋਹਾਂ ਤੇ ਇੱਕ ਨਗਰ ਹੈ, ਉੱਥੇ ਚੱਲ ਕੇ ਜੋ ਦਿਲ ਕਰੇ ਰੱਜ ਕੇ ਖਾ ਲਵੀਂ। ਮਰਦਾਨੇ ਨੇ ਕਿਹਾ, ਮਹਾਰਾਜ ਸਾਡੇ ਪੱਲੇ ਕਿਹੜੀਆਂ ਰੋਕੜਾਂ ਹਨ ਜੋ ਖਰਚ ਕੇ ਕੁਝ ਖਾ ਲਵਾਂਗੇ। ਤਦ ਗੁਰੂ ਜੀ ਨੇ ਆਪਣੇ ਪੈਰ ਨਾਲ ਰੇਤ ਨੂੰ ਫੋਲ ਕੇ ਮਰਦਾਨੇ ਨੂੰ ਕਿਹਾ, ਇਹ ਇੱਕ ਕੀਮਤੀ ਲਾਲ ਹੈ, ਇਸ ਨੂੰ ਫੜ ਕੇ ਪੱਲੇ ਬੰਨ੍ਹ ਲੈ। ਸ਼ਹਿਰ ਵਿੱਚ ਜਾ ਕੇ ਜਿਸ ਚੀਜ਼ ਦੀ ਲੋੜ ਹੋਵੇ ਇਸ ਨੂੰ ਵੇਚ ਕੇ ਲੈ ਲੈਣੀ। ਮਰਦਾਨੇ ਨੂੰ ਸ਼ਹਿਰ ਭੇਜ ਕੇ ਆਪ ਗੁਰੂ ਜੀ ਸ਼ਹਿਰ ਤੋਂ ਬਾਹਰ ਹੀ ਗੰਗਾ ਦੇ ਕਿਨਾਰੇ ਬੈਠ ਗਏ। ਮਰਦਾਨਾ ਉਸ ਲਾਲ ਨੂੰ ਲੈ ਕੇ ਸ਼ਹਿਰ ਚਲਿਆ ਗਿਆ। ਜਦ ਮਰਦਾਨੇ ਨੇ ਇੱਕ ਜੋਹਰੀ ਨੂੰ ਉਹ ਲਾਲ ਵੇਚਣ ਵਾਸਤੇ ਦਿਖਾਇਆ ਤਾਂ ਉਹ ਇਸ ਅਮੋਲਕ ਲਾਲ ਨੂੰ ਵੇਖ ਕੇ ਮਰਦਾਨੇ ਨੇ ਨਾਲ ਹੀ ਗੁਰੂ ਜੀ ਪਾਸ ਆ ਗਿਆ। ਸ਼ਰਧਾ ਨਾਲ ਗੁਰੂ ਜੀ ਨੂੰ ਮੱਥਾ ਟੇਕ ਕੇ ਬੈਠ ਗਿਆ ਅਤੇ ਆਪ ਜੀ ਦੇ ਬਚਨ ਸੁਣ ਕੇ ਉਸਨੇ ਕਿਹਾ, ਇਹ ਅਮੋਲਕ ਲਾਲ ਤੁਹਾਡੀ ਕਿਰਪਾ ਨਾਲ ਮੈਂ ਪਹਿਲੀ ਵਾਰ ਹੀ ਵੇਖਿਆ ਹੈ। ਤੁਸੀਂ ਲਾਲਾਂ ਦੇ ਵੀ ਲਾਲ ਹੋ, ਜਿਨ੍ਹਾਂ ਦੇ ਦਰਸ਼ਨ ਕਰਕੇ ਮੈਂ ਨਿਹਾਲ ਹੋ ਗਿਆ ਹਾਂ। ਤਦ ਗੁਰੂ ਜੀ ਨੇ ਉਸ ਨੂੰ ਉਪਦੇਸ਼ ਦੇਣ ਲਈ ਇਹ ਸ਼ਬਦ ਉਚਾਰਨ ਕੀਤਾ, ਬਿਲਾਵਲ ਮਹੱਲਾ ਪਹਿਲਾ। ਲਾਲੋ ਲਾਲ ਉਪਾਇਆ ਲਾਲੋ ਲਾਲ ਦਿਸਣ, ਜਿੰਨਾ ਲਾਲੀ ਨੇਤਰ ਮੈਂ ਦੂਜਾ ਨਹਿ ਜਾਣਨ। ਸੁਣ ਸਾਲਸ ਤੂੰ ਜਵਾਹਰੀ ਆਪਣਾ ਲਾਲ ਪਛਾਣ, ਕੂੜੇ ਲਾਲ ਨ ਗੰਢ ਬੰਨੈ ਲੀਜੈ ਭੱਲੇ ਸਿਆਣ। ਰਹਾਓ ਕੰਕਰ ਪੱਥਰ ਮਹਿਲ ਕਹਿ ਨਾਓ ਸਦਾਇਓ ਸਹਾ, ਬਿਨ ਸਤਿਗੁਰ ਪੂਰੇ ਅੰਧ ਹੈ ਮੂਲ ਨ ਬੂਝੇ ਰਹਾ। ਮੇਰਾ ਮੇਰਾ ਕਰ ਸੰਜਿਓ ਰਾਤੀ ਅਤੇ ਹਟੇ, ਕਾਈ ਸਾਖ ਨ ਉਪਜਿਐ ਕਲਰ ਵੂਠਾ ਮੇ। ਸੁਣ ਸਾਲਸ ਇਹ ਬੇਨਤੀ, ਜੇ ਕਰਮ ਪ੍ਰਾਪਤ ਹੋਏ ਨਾਨਕ ਏਕ ਅਰਾਧੀਐ, ਦੁੱਖ ਨਾ ਲੱਗੇ ਕੋਏ। ਗੁਰੂ ਜੀ ਨੇ ਫਰਮਾਇਆ, ਸਾਲਸ ਸ਼ਾਹ ਇੱਕ ਝੂਠੇ ਲਾਲ ਇਕੱਠੇ ਕਰਨ ਦਾ ਕੋਈ ਲਾਭ ਨਹੀਂ ਹੈ। ਤੂੰ ਆਪਣੇ ਆਪ ਨੂੰ ਪਛਾਣ ਜੋ ਅਸਲ ਲਾਲ ਹੈ। ਇਸ ਦੇ ਭਾਵ ਅਰਥ ਨੂੰ ਸਮਝ ਕੇ ਸਾਲਸ ਰਾਏ ਨੇ ਗੁਰੂ ਜੀ ਦੇ ਬੜੇ ਪ੍ਰੇਮ ਤੇ ਸ਼ਰਧਾ ਨਾਲ ਸੇਵਾ ਕੀਤੀ ਅਤੇ ਸਤਨਾਮ ਦਾ ਉਪਦੇਸ਼ ਲੈ ਕੇ ਨਿਹਾਲ ਹੋਇਆ। ਸਾਲਸ ਰਾਏ ਪਾਸੋਂ ਉੱਥੇ ਗੁਰੂ ਜੀ ਨੇ ਸਤਸੰਗ ਵਾਸਤੇ ਧਰਮਸ਼ਾਲਾ ਬਣਵਾਈ ਅਤੇ ਅਦਰਕੇ ਨੂੰ ਉਸ ਦਾ ਮਹੰਤ ਥਾਪਿਆ। ਫਤਿਹ ਚੰਦ ਮੈਣੀ, ਜਿਸ ਦੀ ਰਾਣੀ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਲਕਾਂ ਨਾਲ ਆਪਣੇ ਘਰ ਸੱਦ ਕੇ ਘੁੰਗਣੀਆਂ ਦਿੰਦੀ ਹੁੰਦੀ ਸੀ, ਇਸ ਸਾਲਸ ਰਾਏ ਦੀ ਵੰਸ਼ ਵਿੱਚੋਂ ਹੀ ਸੀ। ਇਹਨਾਂ ਦਾ ਘਰ ਗੁਰਦੁਆਰਾ ਮੈਣੀ ਸੰਗਤ ਕਰਕੇ ਪ੍ਰਸਿੱਧ ਹੈ। ਪਟਨੇ ਤੋਂ ਚੱਲ ਕੇ ਗੁਰੂ ਜੀ ਗਿਆ ਪਹੁੰਚੇ। ਇਸ ਸ਼ਹਿਰ ਗਿਆ ਦੈਂਤ ਦਾ ਵਸਾਇਆ ਹੋਇਆ ਹੈ, ਜਿਸ ਦੇ ਨਾਮ ਉੱਤੇ ਹੀ ਇਸ ਦਾ ਨਾਮ ਗਿਆ ਪ੍ਰਸਿੱਧ ਹੈ। ਹਿੰਦੂਆਂ ਦੇ ਨਿਸ਼ਚੇ ਅਨੁਸਾਰ ਇੱਥੇ ਪ੍ਰਾਣੀਆਂ ਦੇ ਪਿੰਡ ਭਰਾਉਣ ਨਾਲ ਉਹਨਾਂ ਦੀ ਗਤੀ ਹੋ ਜਾਂਦੀ ਹੈ। ਜਦ ਗੁਰੂ ਜੀ ਉੱਥੇ ਪਹੁੰਚੇ ਤਾਂ ਪਾਂਡਿਆਂ ਨੇ ਕਿਹਾ, ਤੁਸੀਂ ਵੀ ਆਪਣੇ ਪਿੱਤਰਾਂ ਦੀ ਗਤੀ ਵਾਸਤੇ ਪਿੰਡ ਭਰਾਓ। ਤਦ ਗੁਰੂ ਜੀ ਨੇ ਇਸ ਪ੍ਰਥਾਏ ਇਹ ਸ਼ਬਦ ਉਚਾਰਨ ਕੀਤਾ, ਆਸਾ ਮਹੱਲਾ ਪਹਿਲਾ। ਦੀਵਾ ਮੇਰਾ ਏਕ ਨਾਮ, ਦੁੱਖ ਵਿਚਿਆ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੁੱਕਾ ਜਮ ਸਿਓ ਮੇਲ। ਪਿੰਡ ਪੱਤਲ ਮੇਰੀ ਕੇਸਿਓ, ਕਿਰਿਆ ਸਚ ਨਾਮ ਕਰਤਾਰ, ਇੱਥੇ ਉੱਥੇ ਅੱਗੇ ਪਿੱਛੇ ਇਹ ਮੇਰਾ ਆਧਾਰ। ਇੱਕ ਲੋਕੀ ਹੋਰ ਛਮੇਸ਼ਰੀ, ਬ੍ਰਾਹਮਣ ਵਟ ਪਿੰਡ ਆਏ, ਨਾਨਕ ਪਿੰਡ ਬਖਸ਼ੀਸ ਕਾ ਕਬਹੂ ਨਿਖਟਸ ਨਹਾ। ਇਹ ਸ਼ਬਦ ਦਾ ਮੂਲ ਭਾਵ ਸਮਝਾ ਕੇ ਗੁਰੂ ਜੀ ਨੇ ਦੱਸਿਆ ਕਿ ਆਪਣੇ ਹੱਥਾਂ ਨਾਲ ਕੀਤਾ ਹੋਇਆ ਦਾਨ ਕਦੀ ਮੁੱਕਦਾ ਨਹੀਂ। ਇਸ ਵਾਸਤੇ ਆਪਣੇ ਜਿਉਂਦੇ ਜੀ ਆਪਣੇ ਹੱਥਾਂ ਨਾਲ ਦਾਨ ਕਰਨਾ ਹੀ ਲੋਕ ਪਰਲੋਕ ਵਿੱਚ ਸਹਾਈ ਹੁੰਦਾ ਹੈ। ਪਿੱਛੋਂ ਪ੍ਰਾਣੀ ਨਮਿਤ ਪਿੰਡ ਅਧਿਕ ਭਰਾਉਣੇ ਅਤੇ ਹੋਰ ਦਾਨ ਕਰਨਾ ਉਸ ਦੇ ਕਿਸੇ ਕੰਮ ਨਹੀਂ ਆਉਣਾ। ਇਸ ਤਰ੍ਹਾਂ ਪਾਂਡਿਆਂ ਨੂੰ ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਗੁਰੂ ਜੀ ਇਸ ਤੋਂ ਨੇੜੇ ਹੀ ਉਸ ਸਥਾਨ ਦੇਖਣ ਚਲੇ ਗਏ ਜਿੱਥੇ ਮਹਾਤਮਾ ਬੁੱਧ ਨੇ ਬੈਠ ਕੇ ਨਿਰਵਾਣ ਪ੍ਰਾਪਤ ਕੀਤਾ ਸੀ।
ਇਸ ਬੁੱਧ ਗਿਆ ਮੰਦਰ ਵਿੱਚ ਮਹਾਤਮਾ ਬੁੱਧ ਦੀ ਇੱਕ ਪੂਰੇ ਕੱਦ ਦੀ ਸੋਨੇ ਦੀ ਮੂਰਤੀ ਸਥਾਪਨ ਹੈ। ਇੱਥੋਂ ਦੇ ਮੁੱਖ ਪੁਜਾਰੀ ਨਾਲ ਗੁਰੂ ਜੀ ਨੇ ਚਰਚਾ ਕਰਕੇ ਉਸ ਨੂੰ ਸਤਨਾਮ ਦਾ ਉਪਦੇਸ਼ ਦਿੱਤਾ। ਬੁੱਧ ਗਿਆ ਤੋਂ ਚੱਲ ਕੇ ਗੁਰੂ ਜੀ ਮਰਦਾਨੇ ਨਾਲ ਬਿਹਾਰ ਦੇ ਨਗਰਾਂ ਸ਼ਹਿਰ ਵਿੱਚੋਂ ਵਿਚਰਦੇ ਹੋਏ ਮੁਰਸ਼ਿਦਾਬਾਦ ਦੇ ਰਸਤੇ ਅਸਾਮ ਦੇਸ਼ ਦੇ ਕਾਮਰੂਪ ਇਲਾਕੇ ਦੇ ਗੁਹਾਟੀ ਸ਼ਹਿਰ ਤੋਂ ਬਾਹਰ ਆ ਬੈਠੇ। ਮਰਦਾਨਾ ਕੁਝ ਖਾਣ ਵਾਸਤੇ ਸ਼ਹਿਰ ਵਿੱਚ ਚਲਿਆ ਗਿਆ। ਸ਼ਹਿਰ ਦੀ ਇੱਕ ਪ੍ਰਸਿੱਧ ਜਾਦੂਗਰਨੀ ਨੂਰ ਸ਼ਾਹ ਨੇ ਮਰਦਾਨੇ ਨੂੰ ਭੇਡੂ ਬਣਾ ਕੇ ਆਪਣੇ ਘਰ ਵਿੱਚ ਬੰਨ੍ਹ ਲਿਆ। ਇਸ ਗੱਲ ਦਾ ਜਦ ਅੰਤਰਜਾਮੀ ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਨੇ ਸਤਨਾਮ ਦਾ ਜਾਪ ਕਰਦੇ ਹੋਏ ਨੂਰ ਸ਼ਾਹ ਦੇ ਘਰ ਪਹੁੰਚ ਗਏ। ਨੂਰ ਸ਼ਾਹ ਨੇ ਗੁਰੂ ਜੀ ਨੂੰ ਵੀ ਜਾਦੂ ਨਾਲ ਕਾਬੂ ਕਰਨਾ ਚਾਹਿਆ, ਪਰ ਗੁਰੂ ਜੀ ਨੇ ਉਸ ਦੇ ਅੱਗੇ ਉਸ ਦੀ ਕੋਈ ਪੇਸ਼ ਨਾ ਗਈ। ਉਸਨੇ ਗੁਰੂ ਜੀ ਦੇ ਚਰਨਾਂ 'ਤੇ ਮੱਥਾ ਟੇਕ ਕੇ ਆਪਣੀ ਭੁੱਲ ਦੀ ਮਾफ़ੀ ਮੰਗੀ ਅਤੇ ਆਪਣੇ ਉਧਾਰ ਵਾਸਤੇ ਬੇਨਤੀ ਕੀਤੀ। ਗੁਰੂ ਜੀ ਨੇ ਕਿਹਾ, ਤੁਸੀਂ ਲੋਕ ਸਿੱਖੀ ਧਾਰਨ ਕਰਕੇ ਧਰਮਸ਼ਾਲਾ ਬਣਾਓ ਅਤੇ ਸਤਸੰਗ ਕਰਿਆ ਕਰੋ, ਤੁਹਾਡਾ ਉਧਾਰ ਹੋ ਜਾਵੇਗਾ। ਗੁਰੂ ਜੀ ਦਾ ਹੁਕਮ ਮੰਨ ਕੇ ਉਹਨਾਂ ਨੇ ਪਹੁਲ ਲੈ ਕੇ ਸਿੱਖੀ ਧਾਰਨ ਕਰ ਲਈ ਅਤੇ ਧਰਮਸ਼ਾਲਾ ਬਣਵਾ ਕੇ ਰੋਜ਼ ਸਤਸੰਗ ਕਰਨ ਲੱਗੇ। ਕਾਮਰੂਪ ਗੁਹਾਟੀ ਤੋਂ ਜਾਦੂਗਰਨੀਆਂ ਦਾ ਸੁਧਾਰ ਅਤੇ ਉਧਾਰ ਕਰਕੇ ਗੁਰੂ ਜੀ ਢਾਕੇ ਸ਼ਹਿਰ ਹੁੰਦੇ ਹੋਏ ਚਿੱਟਾਗਾਉਂ ਆਏ। ਇੱਥੋਂ ਦੇ ਰਾਜੇ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਆਪਣਾ ਸਿੱਖ ਬਣਾਇਆ ਅਤੇ ਸਤਸੰਗ ਕਰਨ ਵਾਸਤੇ ਧਰਮਸ਼ਾਲਾ ਬਣਵਾਈ। ਇਸ ਤੋਂ ਅੱਗੇ ਗੁਰੂ ਜੀ ਸਮੁੰਦਰ ਦੇ ਰਸਤੇ ਜਗਨਨਾਥਪੁਰੀ ਪਹੁੰਚ ਗਏ। ਪੂਰੀ ਸ਼ਹਿਰ ਤੋਂ ਸਮੁੰਦਰ ਦੇ ਕਿਨਾਰੇ ਹੈ। ਇਸ ਵਿੱਚ ਕ੍ਰਿਸ਼ਨ ਜੀ ਦੀ ਇੱਕ ਬੜੀ ਵੱਡੀ ਆਦਮਕਦ ਮੂਰਤੀ ਹੈ। ਉਹ ਸਭ ਦੇਖ ਕੇ ਗੁਰੂ ਜੀ ਨੇ ਕਿਹਾ, ਇਸ ਪ੍ਰਕਾਰ ਦੀ ਆਰਤੀ ਪਰਮੇਸ਼ਰ ਦੀ ਰਚਨਾ ਵਿੱਚ ਸਦਾ ਹੀ ਹੋ ਰਹੀ ਹੈ। ਅਸੀਂ ਸਦਾ ਹੀ ਇਸ ਸਰਬਮਈ ਸਰਬ ਵਿਆਪਕ ਸੱਚੀ ਆਰਤੀ ਵਿੱਚ ਲੀਨ ਰਹਿੰਦੇ ਹਾਂ। ਇੱਥੇ ਆਪ ਜੀ ਨੇ 2 ਦਿਨ ਡੇਰਾ ਕੀਤਾ। ਅਗਲੇ ਦਿਨ ਗੁਰੂ ਜੀ ਮਰਦਾਨੇ ਨਾਲ ਸਮੁੰਦਰ ਦੇ ਕਿਨਾਰੇ ਬੈਠ ਕੇ ਸ਼ਬਦ ਕੀਰਤਨ ਕਰਨ ਲੱਗੇ, ਪਰ ਕੀ ਵੇਖਦੇ ਹਨ ਕਿ ਇੱਕ ਬਹੁਤ ਬੜੀ ਲਾਲ ਹਨੇਰੀ ਆ ਰਹੀ ਹੈ, ਜਿਸ ਦਾ ਗੁਬਾਰ ਸਾਰੇ ਆਕਾਸ਼ ਵਿੱਚ ਫੈਲਿਆ ਹੋਇਆ ਹੈ। ਇਸ ਭਿਆਨਕ ਹਨੇਰੀ ਵਿੱਚ ਮਰਦਾਨੇ ਨੇ ਵੇਖਿਆ ਕਿ ਇੱਕ ਬੜੀ ਭਿਆਨਕ ਸੂਰਤ, ਜਿਸ ਦਾ ਸਿਰ ਆਕਾਸ਼ ਨਾਲ ਤੇ ਪੈਰ ਪਤਾਲ ਵਿੱਚ ਹਨ, ਸਾਹਮਣੇ ਆ ਰਹੀ ਹੈ। ਜਦ ਮਰਦਾਨਾ ਉਸ ਨੂੰ ਵੇਖ ਕੇ ਬਹੁਤ ਡਰ ਗਿਆ ਤਾਂ ਗੁਰੂ ਜੀ ਨੇ ਕਿਹਾ, ਮਰਦਾਨਾ ਤੂੰ ਵਾਹਿਗੁਰੂ ਦਾ ਸਿਮਰਨ ਕਰ, ਇਸ ਨੂੰ ਵੇਖ ਕੇ ਡਰਨਾ, ਇਹ ਬਲਾ ਤੇਰੇ ਨੇੜੇ ਨਹੀਂ ਆਵੇਗੀ। ਉਸ ਭਿਆਨਕ ਡਰਾਉਣੀ ਸੂਰਤ ਨੇ ਕਈ ਅਤੀ ਭਿਆਨਕ ਰੂਪ ਧਾਰਨ ਕੀਤੇ, ਪਰ ਗੁਰੂ ਜੀ ਅਡੋਲ ਹੀ ਬੈਠੇ ਰਹੇ। ਆਪ ਜੀ ਦੀ ਅਡੋਲਤਾ ਅਤੇ ਨਿਰਭੈਤਾ ਨੂੰ ਵੇਖ ਕੇ ਉਸ ਨੇ ਮਨੁੱਖ ਰੂਪ ਧਾਰ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਕਿਹਾ ਕਿ ਮੈਂ ਇਸ ਯੁੱਗ ਦਾ ਰਾਜਾ ਹਾਂ। ਮੇਰਾ ਸੈਨਾਪਤੀ ਝੂਠ ਤੇ ਨਿੰਦਿਆ, ਚੁਗਲੀ, ਮਾਰ, ਧਾੜ ਅਤੇ ਜੂਆ ਸ਼ਰਾਬ ਆਦਿ ਖੋਟੇ ਕਰਮ ਮੇਰੀ ਫੌਜ ਹੈ। ਤੁਸੀਂ ਮੇਰੇ ਯੁੱਗ ਦੇ ਅਵਤਾਰ ਹੋ। ਮੈਂ ਤੁਹਾਨੂੰ ਮੋਤੀਆਂ ਨਾਲ ਜੜੇ ਹੋਏ ਸੋਨੇ ਦੇ ਮੰਦਰ ਤਿਆਰ ਕਰਕੇ ਦਿੰਦਾ ਹਾਂ। ਉਹਨਾਂ ਵਿੱਚ ਹੀ ਤੁਸੀਂ ਨਿਵਾਸ ਕਰਨਾ ਹੈ। ਐਸੇ ਮੰਦਰ ਚੰਦਨ ਅਤੇ ਕਸਤੂਰੀ ਨਾਲ ਲਿਪੇ ਹੋਏ ਹੋਣਗੇ। ਕੇਸਰ ਦਾ ਛਿੜਕਾਓ ਹੋਵੇਗਾ। ਆਪ ਜੀ ਨੇ ਸੁੱਖ ਲੈਣਾ ਅਤੇ ਆਨੰਦ ਕਰਨਾ ਹੈ। ਤਦ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ। ਮੋਤੀ ਤੈ ਮੰਦਰਿ ਉਸਰੈ ਰਤਨੀ ਤੈ ਰੋ ਜੜਾਓ। ਕਸਤੂਰ ਕੁੰਗ ਅਗਰ ਜਦਨ ਲੀਪ ਆਵੇ ਚਾਓ। ਮਤ ਦੇਖ ਭੁਲੈ ਵਿਸਰੈ ਤੇਰਾ ਚਿਤ ਨ ਆਵੈ ਨਾਓ। ਧਰਤੀ ਤੈ ਹੀਰੇ ਲਾਲ ਜੜੀ ਪਲਗ ਲਾਓ ਜੜਾਓ। ਮੋਹਣੀ ਮੁਖ ਮਣੀ ਸੋਹੈ ਕਰੈ ਰੰਗ ਪਸਾਓ। ਮਤ ਦੇਖ ਭੁਲੈ ਵਿਸਰੈ ਤੇਰਾ ਚਿਤ ਨ ਆਵੈ ਨਾਓ। ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ। ਮਤ ਦੇਖ ਭੁਲੈ ਵਿਸਰੈ ਤੇਰਾ ਚਿਤ ਨ ਆਵੈ ਨਾਓ। ਗੁਰੂ ਜੀ ਨੇ ਇਹ ਸ਼ਬਦ ਅਤੇ ਬਚਨ ਸੁਣ ਕੇ ਕਲਯੁਗ ਨੇ ਕਿਹਾ, ਮਹਾਰਾਜ ਮੈਨੂੰ ਨਿਰੰਕਾਰ ਦੀ ਆਗਿਆ ਹੈ ਕਿ ਮੈਂ ਸਾਰੇ ਜੀਵਾਂ ਦੀ ਬੁੱਧੀ ਉਲਟ ਦੇਵਾਂ, ਜਿਸ ਕਰਕੇ ਉਹ ਚੋਰੀ, ਯਾਰੀ, ਝੂਠ, ਨਿੰਦਾ, ਚੁਗਲੀ ਆਦਿ ਖੋਟੇ ਕਰਮ ਕਰਨ, ਗੁਣੀਆਂ ਦਾ ਨਿਰਾਦਰ ਕਰਾਵਾਂ ਅਤੇ ਮੂਰਖਾਂ ਨੂੰ ਰਾਜਿਆਂ ਪਾਸ ਬਿਠਾ ਕੇ ਵਡਿਆਈ ਕਰਾਵਾਂ। ਜਤ ਸਤ ਦਾ ਨਾਮ ਨਾ ਰਹਿਣ ਦਿਆਂ ਅਤੇ ਉਸ ਊਚ ਨੀਚ ਨੂੰ ਬਰਾਬਰ ਕਰਦਿਆਂ, ਪਰ ਆਪ ਜਿਵੇਂ ਹੁਕਮ ਕਰੋ ਮੈਂ ਉਸ ਦੀ ਪਾਲਣਾ ਕਰਾਂਗਾ।
ਗੁਰੂ ਜੀ ਨੇ ਕਿਹਾ, ਜਿਹੜੇ ਸਾਡੇ ਪ੍ਰੇਮੀ ਸ਼ਰਧਾਵਾਨ ਸਿੱਖ ਪ੍ਰੇਮ ਨਾਲ ਹਰੀ ਕੀਰਤਨ ਅਤੇ ਸਤਸੰਗ ਕਰਨ, ਉਹਨਾਂ ਉੱਤੇ ਤੇਰੀ ਇਹ ਸੇਨਾ ਧਾਵਾ ਨਾ ਬੋਲੇ, ਫਿਰ ਤੇਰਾ ਪ੍ਰਭਾਵ ਸਾਡੇ ਉਹਨਾਂ ਪ੍ਰੇਮੀਆਂ ਉੱਤੇ ਵੀ ਨਾ ਪਵੇ ਜਿਨ੍ਹਾਂ ਦਾ ਸਾਡੇ ਬਚਨਾਂ ਉੱਤੇ ਭਰੋਸਾ ਹੈ। ਕਲਯੁਗ ਨੇ ਹੱਥ ਜੋੜ ਕੇ ਕਿਹਾ, ਮਹਾਰਾਜ, ਜਿਹੜਾ ਪੁਰਸ਼ ਨਿਰੰਕਾਰ ਦੇ ਸਿਮਰਨ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖੇਗਾ, ਉਸ ਉੱਤੇ ਮੇਰਾ ਬਹੁਤ ਥੋੜ੍ਹਾ ਪ੍ਰਭਾਵ ਪਵੇਗਾ। ਇਹ ਭਰੋਸਾ ਦੇ ਕੇ ਕਲਯੁਗ ਅੰਤਰ ਧਿਆਨ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।